ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਆਰਐਸਐਸ ਮੁਖੀ ਮੋਹਨ ਭਾਗਵਤ ਵੱਲੋਂ ਸੰਕਟ ਮੋਚਨ ਬਣਨ ਦੀ ਕੋਸ਼ਿਸ਼। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਸਿੰਘ ਜੀ, ਦੇਸ਼ ਦੇ ਵਿੱਚ ਕਰੋਨਾ ਵਾਇਰਸ ਦੇ ਕੇਸ ਨਿੱਤ ਵੱਧਦੇ ਜਾ ਰਹੇ ਨੇ, ਇਸ ਦੇ ਨਾਲ ਹੀ ਮੌਤਾਂ ਦੀ ਗਿਣਤੀ ਦਾ ਆંકੜਾ ਵੀ ਜਿਹੜਾ ਵੱਧਦਾ ਜਾ ਰਿਹਾ। ਇਸੀ ਦੇ ਚੱਲਦਿਆਂ ਜਿਹੜਾ ਹੈਗਾ ਕੱਲ ਆਰਐਸਐਸ ਮੁਖੀ ਮੋਹਨ ਭਾਗਵਤ ਨੇ ਇੱਕ ਬਿਆਨ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਇਹ ਸਾਰੇ ਹਾਲਾਤਾਂ ਦੇ ਪਿੱਛੇ ਜਿਹੜਾ ਹੈਗਾ ਚਾਹੇ ਕੇਂਦਰ ਸਰਕਾਰ ਹੋਵੇ, ਪ੍ਰਸ਼ਾਸਨ ਹੋਣ ਜਾਂ ਲੋਕ, ਸਭ ਨੂੰ ਹੀ ਜ਼ਿੰਮੇਵਾਰ ਠਹਿਰਾਇਆ। ਵੀ ਅਸੀਂ ਜਾਣਨਾ ਚਾਹਾਂਗੇ ਜਿਵੇਂ ਉਹਨਾਂ ਨੇ ਇਸ ਹਾਲਾਤਾਂ ਪਿੱਛੇ ਜਿਹੜਾ ਹੈਗਾ ਸਾਰਿਆਂ ਨੂੰ ਜ਼ਿੰਮੇਵਾਰ ਠਹਿਰਾਤਾ, ਉਹਨਾਂ ਵੱਲੋਂ ਕਿੱਥੇ ਲੋਕਾਂ ਦਾ ਧਿਆਨ ਜਿਹੜਾ ਹੈਗਾ ਪ੍ਰਧਾਨ ਮੰਤਰੀ ਦੀ ਕਾਰਗੁਜ਼ਾਰੀ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਤਰ੍ਹਾਂ ਦਾ ਲੋਕਾਂ ਦਾ ਕਹਿਣਾ ਹੈ। ਇਸ ਸਾਰੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਅਸਲ ਦੇ ਵਿੱਚ ਇਹ ਹੈ ਕਿ ਅਖਬਾਰਾਂ ਜਾਂ ਬਾਕੀ ਜਗ੍ਹਾ ਛਪਿਆ ਵੀ ਹੈ, ਲੋਕ ਕਹਿ ਰਹੇ ਨੇ ਜਨਰਲੀ ਕਿ ਜਿਹੜਾ ਆਰਐਸਐਸ ਮੁਖੀ ਹੈ ਮੋਹਨ ਭਾਗਵਤ, ਉਹਨੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਕਿ ਸਰਕਾਰ ਨੇ ਵੀ ਲਾਪਰਵਾਹੀ ਵਰਤੀ। ਨਾਲ ਅਸਲ 'ਚ ਉਹਨਾਂ ਨੇ ਟਰਮ ਵਰਤੀ ਹੈ ਸ਼ਾਸਨ, ਪ੍ਰਸ਼ਾਸਨ ਅਤੇ ਲੋਕ। ਅਸੀਂ ਤਿੰਨਾਂ ਨੇ ਹੀ ਮਤਲਬ ਲਾਪਰਵਾਹੀ ਵਰਤੀ ਹੈ, ਜਿਹਦੇ ਕਰਕੇ ਅਸੀਂ ਇੱਥੇ ਸੰਕਟ 'ਤੇ ਪਹੁੰਚ ਗਏ। ਮੋਹਨ ਭਾਗਵਤ ਆਰਐਸਐਸ ਵੱਲੋਂ ਸ਼ੁਰੂ ਕੀਤੀ ਉਸ ਲੜੀ ਦੇ ਅੰਤ ਦੇ ਵਿੱਚ ਲੈਕਚਰ ਦੇ ਰਹੇ ਸੀ, ਜਿਨ੍ਹਾਂ ਨੇ ਇੱਕ ਰਣਨੀਤੀ ਬਣਾਈ ਸੀ ਕਿ ਆਪਾਂ ਇੱਕ ਟਾਈਪ ਦਾ ਹਾਂ ਪੱਖੀ ਲੋਕਾਂ ਦੇ ਅੰਦਰ ਇੱਕ ਮਾਹੌਲ ਬਣਾਉਣਾ, ਨੈਗੇਟਿਵ ਬਣ ਰਿਹਾ ਹੈ, ਨਾ ਪੱਖੀ ਬਣ ਰਿਹਾ ਹੈ, ਹਾਂ ਪੱਖੀ ਮਾਹੌਲ ਬਣਾਉਣਾ। ਉਹਦੇ 'ਚ ਉਦੋਂ ਪਹਿਲਾਂ ਸ੍ਰੀ ਰਵੀ ਸ਼ੰਕਰ ਅਤੇ ਉਦੋਂ ਪਹਿਲਾਂ ਅਜੀਮ ਪ੍ਰੇਮ ਜੀ, ਵੱਖ-ਵੱਖ ਟਾਈਪ ਦੇ ਬੰਦਿਆਂ ਨੇ ਵੀ ਲੈਕਚਰ ਦਿੱਤੇ ਨੇ। ਪਰ ਹੁਣ ਇਹਦਾ ਮਤਲਬ ਇਹ ਹੁੰਦਾ ਹੈ ਕਿ ਜੇਕਰ ਕਿਸੇ ਵੀ ਗੱਲ 'ਤੇ ਜਾ ਕੇ ਨਤੀਜੇ 'ਤੇ ਨਾ ਪਹੁੰਚਣਾ ਹੋਵੇ, ਨਤੀਜੇ 'ਤੇ ਪਹੁੰਚ ਕੇ ਜਿਹੜੇ ਲੋਕਾਂ ਦੀ ਜ਼ਿੰਮੇਵਾਰੀ ਹੈ ਉਹ ਜ਼ਿੰਮੇਵਾਰੀ ਤੈਅ ਨਾ ਕਰਨੀ ਹੋਵੇ ਤਾਂ ਸਭ ਕੁਝ ਰਲਗੱਡ ਕਰ ਦਿਓ, ਸਭ ਨੂੰ ਕਹਿ ਦਿਓ ਵੀ ਆਪਾਂ ਸਾਰੇ ਦੋਸ਼ੀ ਹਾਂ। ਅਤੇ ਸਾਰੇ ਦੋਸ਼ੀ ਦਾ ਮਤਲਬ ਇੱਕ ਕਿਤੇ ਵੀ ਨਹੀਂ ਉਸ ਪੱਧਰ 'ਤੇ ਹੁੰਦਾ। ਹੁਣ ਦੋਸ਼ੀ ਤਾਂ ਇਹ ਵੀ ਹੈ ਕਿ ਜਿਹੜੇ ਬੰਦੇ ਵੱਡਾ ਕ੍ਰਾਈਮ ਕਰਦੇ ਨੇ, ਮਤਲਬ ਕਤਲ ਕਰਦਾ ਕੋਈ ਬੰਦਾ, ਅਤੇ ਉਹ ਕਤਲ ਲੋਕਾਂ ਦੇ ਸਾਹਮਣੇ ਕਰਕੇ ਜਾਂਦਾ ਹੈ ਔਰ ਬੜੀ ਵਾਰ ਲੋਕ ਗਵਾਹੀ ਦੇਣ ਨਹੀਂ ਆਉਂਦੇ ਅਤੇ ਬੜੇ ਖੜ੍ਹਦੇ ਨੇ, ਸਾਹਮਣੇ ਦੇਖਿਆ ਜਾਂਦਾ। ਇੱਕ ਤਰੀਕਾ ਤਾਂ ਇਹ ਹੈ ਕਿ ਆਪਾਂ ਸਾਰੇ ਹੀ ਦੋਸ਼ੀ ਹਾਂ ਕਿਉਂਕਿ ਤੁਸੀਂ ਉਹ ਬੰਦੇ ਨੂੰ ਫੜਿਆ ਨਹੀਂ ਜਦੋਂ ਉਹ ਕਤਲ ਕਰ ਰਿਹਾ ਸੀ, ਜਾਂ ਤੁਸੀਂ ਉੱਥੇ ਆਏ ਨਹੀਂ ਅਦਾਲਤ ਦੇ ਵਿੱਚ ਗਵਾਹੀ ਦੇਣ ਵਾਸਤੇ, ਅਸੀਂ ਸਾਰੇ ਹੀ ਦੋਸ਼ੀ ਹਾਂ। ਇੱਕ ਇਹ ਹੈ ਕਿ ਜਿਹੜਾ ਬੰਦਾ ਸੋਚ ਸਮਝ ਕੇ ਡਿਜ਼ਾਈਨ ਬਣਾ ਕੇ, ਜਿਹਦੇ ਕੋਲ ਤਾਕਤ ਹੈ, ਜਿਹੜੇ ਹਥਿਆਰ ਨਾਲ ਜਿਹੜਾ ਕਤਲ ਕੀਤਾ ਜਾ ਰਿਹਾ ਹੈ, ਅਤੇ ਉਹ ਜ਼ਿੰਮੇਵਾਰ ਕਿਉਂ, ਉਹਦੀ ਜ਼ਿੰਮੇਵਾਰੀ ਤੋਂ ਤੁਸੀਂ ਦੂਜੇ ਸਭ ਨੂੰ ਬਰਾਬਰ ਦੇ ਦੋਸ਼ੀ ਥੋੜ੍ਹੀ ਬਣਾ ਸਕਦੇ ਹੋ ਨਾ। ਇਹਦੇ 'ਚ ਇਹ ਹੈ ਕਿ ਜਦੋਂ ਕੋਈ ਸਿਸਟਮ ਚੱਲਦਾ, ਇੱਕ ਦੇਸ਼ ਹੈ, ਦੇਸ਼ ਨੂੰ ਰਨ ਕਰਨ ਲਈ ਜਦੋਜਹਿਦ ਹੁੰਦੀ ਹੈ ਔਰ ਬੜੇ ਲੰਮੇ ਸਮੇਂ ਤੋਂ ਆਰਐਸਐਸ 1920 ਤੋਂ ਚੱਲੀ ਹੈ, ਅਤੇ ਉਹ ਚਲਦੀ ਇਹ ਕਹਿੰਦੀ ਹੈ ਕਿ ਅਸੀਂ ਦੇਸ਼, ਸਾਡੇ ਜਿਹੜਾ ਮਕਸਦ ਹੈ ਉਹਦਾ ਦੇਸ਼ ਬਣਾਉਣਾ, ਜੋ ਸਾਡਾ ਉਦੇਸ਼ ਹੈ ਉਹ ਹੈ ਹਿੰਦੂਤਵ ਦਾ ਦੇਸ਼। ਇਹੋ ਜਿਹਾ ਦੇਸ਼ ਹੋਏਗਾ, ਉਹ ਹੈ ਰਾਮ ਰਾਜ, ਉਸ ਟਾਈਪ ਦਾ ਅਸੀਂ ਦੇਸ਼ ਬਣਾਉਣਾ ਹੈ। ਉਹ ਦੇਸ਼ ਬਣਾਉਣ ਲਈ ਹੁਣ ਇਹਨਾਂ ਦਾ ਜਿਹੜਾ ਪੋਲੀਟੀਕਲ ਵਿੰਗ ਹੈ ਇੱਕ ਟਾਈਪ ਦਾ, ਉਹਨੂੰ ਸੱਤਾ ਮਿਲੀ ਹੋਈ ਹੈ 7 ਸਾਲ ਤੋਂ, ਅਤੇ 7 ਸਾਲ ਤੋਂ ਕਿਹੋ ਜਿਹਾ ਦੇਸ਼ ਬਣਾ ਰਹੀ ਹੈ, ਸੱਤਾ ਸਭ ਦੇ ਸਾਹਮਣੇ ਹੈ। ਉਹ 7 ਸਾਲ ਤੋਂ ਦੇਸ਼ ਬਣਾ ਰਹੀ ਹੈ, ਇੱਕ ਖਾਸ ਧਰਮ ਨੂੰ ਟਾਰਗੇਟ ਕਰ ਲਓ, ਵੱਖਰੇ ਵਿਚਾਰਾਂ ਨੂੰ ਟਾਰਗੇਟ ਕਰ ਲਓ, ਲੋਕਾਂ 'ਤੇ ਜਿਹੜਾ ਦੇਸ਼ ਧਰੋਹੀ ਦੇ ਕੇਸ ਦਰਜ ਕਰ ਦਿਓ, ਕੁੜੀ ਦਾ ਜਿਹੜਾ ਫਾਦਰ ਦੀ ਡੈਥ ਹੋ ਜਾਂਦੀ ਹੈ, ਸਾਇੰਟਿਸਟ ਫਾਦਰ ਹੈ, ਅਤੇ ਤੁਸੀਂ ਉਹਨੂੰ ਜ਼ਮਾਨਤ ਕੇਵਲ ਕ੍ਰਿਮੇਸ਼ਨ ਵੇਲੇ ਦਿਓ, ਉਦੋਂ ਪਹਿਲਾਂ ਦੇਖਭਾਲ ਲਈ ਬਿਲਕੁਲ ਨਾ ਦਿਓ। ਅਤੇ ਵੱਡੇ ਵੱਡੇ ਜਿਹੜੇ ਥਿੰਕਰ ਜਾਂ ਜਿਹੜੇ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ, ਸਾਲਾਂ ਬੱਧੀ ਲੋਕ ਸੇਵਕ ਦੇ ਤੌਰ 'ਤੇ ਵਿਚਰ ਰਹੇ ਬੰਦਿਆਂ ਨੂੰ ਜਾਲੀ ਪਰਚੇ ਦਰਜ ਕਰਕੇ ਅੰਦਰ ਬੰਦ ਕਰ ਦਿਓ। ਫਿਰ ਇੱਕ ਹਜੂਮ ਦੀ ਮਾਨਸਿਕਤਾ ਇਹੋ ਜਿਹੀ ਬਣਾ ਦਿਓ ਟੋਟਲੀ ਕਿ ਤੁਸੀਂ ਬੰਦਿਆਂ ਦੀ ਕੱਪੜਿਆਂ ਤੋਂ ਪਛਾਣ ਕਰਨੀ ਹੈ, ਬੰਦਿਆਂ ਦੇ ਸ਼ਕਲ ਸੂਰਤ ਤੋਂ ਪਛਾਣ ਕਰਨੀ ਹੈ, ਬੰਦੇ ਦੀ ਬੋਲੀ ਤੋਂ ਪਛਾਣ ਕਰਨੀ ਹੈ। ਉਹਦੇ ਆਧਾਰ 'ਤੇ ਤੁਸੀਂ ਇੱਕ ਦੂਜੇ ਦੇ ਖਿਲਾਫ ਭੜਕ ਸਕਦੇ ਹੋ, ਬੰਦੇ ਮਾਰ ਸਕਦੇ ਹੋ। ਹਜੂਮ ਉਹ ਲਵ ਜਹਾਦ ਹੋ ਸਕਦਾ। ਬਾਕੀ ਇਹ ਉਦੇਸ਼ ਹੈ ਜਿਹਦੇ 'ਚੋਂ, ਜਿਹੜੀ ਵਿਚਾਰਧਾਰਾ 'ਚੋਂ ਇਹ ਸਰਕਾਰ ਹੁਣ ਤੱਕ ਆਈ। ਅਤੇ ਉਸੇ ਸਰਕਾਰ ਨੇ ਫਿਰ ਇੱਕ ਹੋਰ ਵੀ ਗੱਲ ਕੀਤੀ ਕਿ ਇਹ ਬਹੁਤ ਮਜ਼ਬੂਤ ਸਰਕਾਰ ਹੈ। ਪਹਿਲੀਆਂ ਸਰਕਾਰਾਂ ਅੱਤਵਾਦ ਪ੍ਰਤੀ ਵੀ ਸੌਫਟ ਕਾਰਨਰ ਸੀ, ਪਹਿਲੀਆਂ ਸਰਕਾਰਾਂ ਜਿਹੜੀਆਂ ਗਲਤੀਆਂ ਸੀ, ਪ੍ਰਸ਼ਾਸਨਿਕ ਤੌਰ 'ਤੇ ਵੀ ਕਰਪਟ ਸੀ, ਅਤੇ ਇਹ ਸਰਕਾਰ ਨਾ, ਪ੍ਰਾਈਮ ਮਿਨਿਸਟਰ ਨੇ ਆਉਂਦੇ ਹੀ ਕਿਹਾ ਨਾ ਖਾਊਂਗਾ ਨਾ ਖਾਣ ਦੇਵਾਂਗਾ, ਆਉਂਦਾ ਹੀ ਕਿਹਾ ਕਿ ਮੈਂ ਦੇਖੂੰਗਾ ਪ੍ਰਸ਼ਾਸਨ ਕਿਵੇਂ ਨਹੀਂ ਕੰਮ ਕਰਦਾ। ਮੇਰੇ ਕੋਲ ਇੱਕ ਤਕਨੀਕ ਹੈ ਕਿ ਹੇਠਲੇ ਲੈਵਲ ਤੱਕ ਜੋ ਵੀ ਅਸੀਂ ਉਹ ਲੀਕਾਂਗੇ, ਉਹ ਜਾਏਗਾ ਅਤੇ ਉਹ ਕੰਮ ਕਰੇਗਾ, ਜਿੱਥੇ ਵੀ ਜਾ ਕੇ ਕੰਮ ਕਰਾਂਗੇ। ਫਿਰ ਤਾਕਤ ਦੇ ਤੌਰ 'ਤੇ ਤੁਹਾਡੇ ਕੋਲ, ਤੁਸੀਂ ਕਹਿੰਦੇ ਹੋ ਸਾਡੇ ਕੋਲ 56 ਇੰਚ ਦਾ ਸੀਨਾ ਹੈ, ਤਾਂ ਉਹ ਕਿਹੜੀਆਂ ਯੋਜਨਾਵਾਂ ਤੁਸੀਂ ਅਲੀਖੀਆਂ, ਉਹ ਕਿਹੜਾ ਡਿਜ਼ਾਈਨ ਤੁਹਾਡੇ ਕੋਲ ਹੈ, ਜਿਹੜੇ ਡਿਜ਼ਾਈਨ ਨਾਲ ਚੱਲਦੇ ਹੁਣ ਦੇਸ਼ ਇੱਥੇ ਆ ਕੇ ਖੜ੍ਹਾ ਹੋ ਗਿਆ ਕਿ ਉਹ ਵਿਦੇਸ਼ਾਂ ਤੋਂ ਵੀ ਮੰਗ ਰਿਹਾ ਚੀਜ਼ਾਂ ਕਿ ਸਾਡੀ ਮਦਦ ਕਰੋ,
ਤੇ ਉਹ ਲਾਚਾਰੀ ਦੇ ਆਲਮ ਦੇ ਵਿੱਚ ਹੈ, ਤੇ ਤੁਸੀਂ ਲੋਕਾਂ ਨੂੰ ਮੂਰਖ ਇਹ ਕਹੋ ਕਿ ਤੁਸੀਂ ਨਹੀਂ ਮੰਨ ਰਹੇ, ਇਸ ਲਈ ਤੁਸੀਂ ਸੰਕਟ 'ਚੋਂ। ਜੀ ਤੇ ਉਹ ਸ਼ਾਸਨ, ਉਹ ਪ੍ਰਸ਼ਾਸਨ, ਉਹ ਕਿੱਥੇ ਹੈ? ਜੀ ਜਦੋਂ 1 ਸਾਲ ਹੋ ਚੁੱਕੇ ਹੈ, ਤੁਹਾਡੇ ਕੋਲ ਆਕਸੀਜਨ ਦੇ ਕਿੰਨੇ ਪ੍ਰਬੰਧ ਚਾਹੀਦੇ ਸੀ, ਤੁਹਾਡੇ ਕੋਲ ਵੈਂਟੀਲੇਟਰ ਕਿੰਨੇ ਚਾਹੀਦੇ ਸੀ, ਤੁਹਾਡੇ ਕੋਲ ਬੈੱਡ ਕਿੰਨੇ ਚਾਹੀਦੇ ਸੀ, ਤੁਹਾਡੇ ਕੋਲ ਹਸਪਤਾਲ ਕਿੰਨੇ ਚਾਹੀਦੇ ਸੀ, ਜਾਂ ਆਉਣ ਵਾਲੇ ਦਿਨਾਂ 'ਚ ਜਦੋਂ ਸੈਕੰਡ ਵੇਵ ਆਉਣੀ ਹੈ ਉਦੋਂ ਤੁਸੀਂ ਕਿਵੇਂ ਨਜਿੱਠੋਗੇ? ਇਹ ਸਾਰੇ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਕੀ ਲੋਕਾਂ ਦੀ ਵੀ ਹੈ, ਕੀ ਬਾਕੀ ਦੇ ਧਿਰ ਦੀ ਵੀ ਹੈ? ਤੇ ਇਹ ਉਹਨਾਂ ਦੀ ਕਿਉਂ ਨਹੀਂ ਹੈ ਜਿਹਦਾ ਕਾਨੂੰਨ ਦੇ ਮੁਤਾਬਕ ਤਾਕਤ ਵਰਤ ਰਿਹਾ ਬੰਦਾ? ਉਹ ਤਾਂ ਤਾਕਤ ਵਰਤਦਾ, ਆਉਂਦਾ ਸ਼ਾਮ ਨੂੰ 8 ਵਜੇ ਰਾਤ ਨੂੰ ਇੱਕ ਦਿਨ ਆ ਕੇ ਇੱਕ ਐਲਾਨ ਕਰਦਾ ਪੂਰੇ ਦੇਸ਼ ਦੇ ਵਿੱਚ ਕਿ ਜਿਹੜੇ ਨੋਟ ਤੁਹਾਡੀਆਂ ਜੇਬਾਂ ਦੇ ਵਿੱਚ ਨੇ ਇਹ ਰੱਦੀ ਹੋ ਗਈ ਹੈ, ਕਿ ਨੋਟਬੰਦੀ ਹੋ ਗਈ ਹੈ। ਉਹ ਤਾਕਤਵਰ ਬੰਦਾ, ਉਹ ਲੋਕ ਉਵੇਂ ਕਿਵੇਂ ਹੋ ਗਏ ਨੇ ਫਿਰ? ਔਰ ਇਸੇ ਤਰੀਕੇ ਦੇ ਨਾਲ ਉਦੋਂ ਬਾਅਦ ਤੁਸੀਂ ਰਾਤ ਨੂੰ 12 ਵਜੇ ਸੈਸ਼ਨ ਸੱਦਦੇ ਹੋ ਕਿ ਅਸੀਂ GST ਦੇ ਰੂਪ 'ਚ ਦੇਸ਼ ਦੀ ਦੂਜੀ ਆਜ਼ਾਦੀ ਵਾਂਗ ਇਹਨੂੰ ਲੈ ਰਹੇ ਹਾਂ ਕਿ ਵੱਡਾ ਟੈਕਸ ਰਿਫਾਰਮ ਹੈ। ਤੇ ਉਹ ਤੁਹਾਡੇ ਕੋਲ ਤਾਕਤ ਹੈ, ਜਿੱਥੇ ਮਰਜ਼ੀ ਪਰਚਾ ਦਰਜ ਕਰਨ ਦੀ, ਜਿੱਥੇ ਟੈਕਸ ਲਾਉਣ ਦੀ, ਜਿੱਥੇ ਟੈਕਸ ਹਟਾਉਣ ਦੀ, ਜੋ ਮਰਜ਼ੀ ਕਰਨ ਦੀ ਤੁਹਾਡੇ ਕੋਲ ਤਾਕਤ ਹੈ। ਪਰ ਉਹ ਮਰਜ਼ੀ ਹੁਣ ਕਿਹਦੇ ਲਈ ਚੱਲ ਰਹੀ ਹੈ? ਉਹ ਚੱਲ ਰਹੀ ਹੈ ਕਾਰਪੋਰੇਟ ਦੋਸਤਾਂ ਲਈ, ਉਹਨਾਂ ਬੰਦਿਆਂ ਦੇ ਲਈ ਜਿਹੜੇ ਬੰਦੇ ਲੱਖਾਂ ਡਾਲਰ ਘੰਟਿਆਂ ਦੇ ਕਮਾ ਰਹੇ ਨੇ ਐਸੇ ਕਰੋਨਾ ਵਾਇਰਸ ਦੇ ਵਿੱਚ ਵੀ। ਉਹਨਾਂ ਤੋਂ ਤੁਸੀਂ ਮਦਦ ਲੈ ਕੇ ਕੋਸ਼ਿਸ਼ ਨਹੀਂ ਕਰ ਰਹੇ ਕਿ ਲੋਕਾਂ ਦੀ ਕੋਈ ਜ਼ਿੰਦਗੀ ਸੁਧਾਰ ਰਹੇ। ਇਸ ਕਰਕੇ ਇਸ ਵਿਵਹਾਰ ਤੋਂ, ਇਸ ਅੰਦਾਜ਼ੇ ਤੋਂ, ਇਹ ਜ਼ਿੰਮੇਵਾਰੀ ਤੋਂ ਭੱਜਿਆ ਨਹੀਂ ਜਾ ਸਕਦਾ। ਜ਼ਿੰਮੇਵਾਰੀ ਤੈਅ ਕਰਨੀ ਜਿਹੜਾ ਸਭ ਤੋਂ ਟੌਪ 'ਤੇ ਬੈਠਾ ਬੰਦਾ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ, ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿੱਥੇ ਤਾਕਤ ਲਈ ਹੈ ਉੱਥੇ ਜ਼ਿੰਮੇਵਾਰੀ ਵੀ ਚੱਲਣੀ ਪਊਗੀ, ਜਵਾਬਦੇਹ ਵੀ ਖੁਦ ਹੋਣਾ ਪਏਗਾ। ਉਹ ਦੂਜੇ ਦੇ ਮੋਢੇ 'ਤੇ ਨਹੀਂ ਸਿੱਟੀ ਜਾ ਸਕਦੀ ਕਿਸੇ ਵੀ ਰੂਪ 'ਚ। ਜੇ ਮੋਹਨ ਭਾਗਵਤ ਇਹ ਕਹਿੰਦੇ ਕਿ ਸਰਕਾਰ ਨਹੀਂ ਸੋਚ ਪਾ ਰਹੀ, ਸਰਕਾਰ ਦੀ ਨਲਾਇਕੀ ਹੈ, ਸਰਕਾਰ ਦੇ ਕੋਲ ਕੋਈ ਵਿਉਂਤਬੰਦੀ ਨਹੀਂ ਹੈ, ਸਰਕਾਰ ਦੇ ਕੋਲ ਕੋਈ ਸਾਧਨ ਨਹੀਂ ਸੀ, ਉਹ ਮੇਨ ਜ਼ਿੰਮੇਵਾਰ ਹੈ। ਔਰ ਪ੍ਰਸ਼ਾਸਨ ਤੇ ਪ੍ਰਸ਼ਾਸਨ ਨੂੰ ਵੀ ਤੁਸੀਂ ਕਹਿ ਦਿਓ ਜ਼ਿੰਮੇਵਾਰ। ਪ੍ਰਸ਼ਾਸਨ ਨੇ ਕਿਵੇਂ ਕੰਮ ਕਰਨਾ? ਪ੍ਰਸ਼ਾਸਨ ਨੇ ਉਸ ਸ਼ਾਸਨ ਦੇ ਮੁਤਾਬਕ ਹੀ ਕੰਮ ਕਰਨਾ। ਜਿਹੜੇ ਬੰਦੇ ਤਾਕਤਵਰ ਬੈਠੇ ਨੇ, ਜੇ ਉਹਨਾਂ ਦੀ ਨਹੀਂ ਚੱਲਦੀ, ਜਦੋਂ ਇੱਕ ਬਹੁਤ ਇੱਥੇ ਇੱਕ ਕਹਾਵਤ ਜਿਹੜੀ ਰਾਜੀਵ ਗਾਂਧੀ ਨੇ ਜਦੋਂ ਕਹੀ ਸੀ, ਉਹ ਅੱਜ ਤੱਕ ਵੀ ਬਾਰ-ਬਾਰ ਕੋਟ ਕੀਤੀ ਜਾਂਦੀ ਹੈ। ਉਹ ਕਹਿੰਦਾ ਵੀ ਜੇ 1 ਰੁਪਈਆ ਕੇਂਦਰ ਸਰਕਾਰ ਤੋਂ ਭੇਜਿਆ ਜਾਂਦਾ ਤਾਂ ਹੇਠਾਂ ਆਮ ਬੰਦਿਆਂ ਤੱਕ ਜਾਂਦੇ 85% ਪੈਸੇ ਰਾਹ 'ਚ ਗਾਇਬ ਹੋ ਜਾਂਦੇ ਨੇ, 15 ਪੈਸੇ ਹੀ ਪਹੁੰਚਦੇ ਨੇ। ਤੇ ਇਹਨੂੰ BJP ਨੇ ਖੂਬ ਭੁਨਾਇਆ ਕਿ ਦੇਖੋ ਜੇ ਇਹ ਅਸੀਂ ਬੰਦ ਕਰ ਦਾਂਗੇ ਸਾਰਾ ਕੰਮ, ਇਹ ਸਾਰਾ ਕੁਝ ਨੀਚੇ ਜਾਏਗਾ। ਜੇ ਤੁਸੀਂ ਉਹ ਪ੍ਰਬੰਧ ਕਰਤਾ ਹੈ ਤਾਂ ਪਿੰਡ ਤੱਕ ਦੇ ਹਸਪਤਾਲਾਂ 'ਚ ਆਕਸੀਜਨ ਕਿਉਂ ਨਹੀਂ ਆਈ? ਤੇ ਉਹਨਾਂ ਤੱਕ ਬੈੱਡ, ਉਹਨਾਂ ਕੋਲ ਸਿਹਤ ਸਿਸਟਮ, ਉਹਨਾਂ ਦੇ ਸਿਹਤ ਦਾ ਬਜਟ ਤੁਹਾਡਾ ਕੀ ਹੈ? ਤਾਂ ਤੁਹਾਡੇ ਕੋਲ ਕੀ ਹੈ? ਤੁਹਾਡੇ ਕੋਲ ਤਾਂ ਬਿਲਕੁਲ ਹੀ ਹੀਜ ਪਿਆਜ਼ ਨੰਗਾ ਹੋ ਗਿਆ, ਕੁਝ ਹੈ ਹੀ ਨਹੀਂ। ਫਿਰ ਤੁਸੀਂ ਲੋਕਾਂ ਦੇ ਸਾਹਮਣੇ ਜੋ ਬਿਆਨਬਾਜ਼ੀ ਕੀਤੀ, ਤੁਸੀਂ BJP ਨੇ ਰਲ ਕੇ ਸਮੁੱਚੀ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਹਵਾ ਕੀਤੀ, ਪ੍ਰੇਜ ਕੀਤੀ ਕਿ ਜਿੰਨੇ ਸਲੀਕੇ ਦੇ ਨਾਲ ਪ੍ਰਧਾਨ ਮੰਤਰੀ ਨੇ ਕਰੋਨਾ ਦਾ ਮੁਕਾਬਲਾ ਕੀਤਾ ਹੈ, ਇਹਨੇ ਦੁਨੀਆ ਨੂੰ ਦਿਖਾਤਾ ਵਿਸ਼ਵ ਗੁਰੂ ਦੇ ਤੌਰ 'ਤੇ ਭਾਰਤ ਕਿਵੇਂ ਬਣ ਸਕਦਾ ਹੈ। ਔਰ ਉੱਥੇ ਹੀ ਤੁਸੀਂ ਇਹ ਇੱਕ ਦਮਗ ਜਿਹਾ ਮਾਰਤਾ ਬੜਾ ਵੱਡਾ ਕਿ ਅਸੀਂ ਕਰੋਨਾ ਦੀ ਸਭ ਤੋਂ ਪਹਿਲਾਂ ਜਿਹੜੀ ਵੈਕਸੀਨ ਤਿਆਰ ਕਰ ਲਈ ਹੈ, ਹੁਣ ਭਾਰਤ ਦੁਨੀਆ ਦਾ ਲੀਡਰ ਬਣ ਰਿਹਾ, ਦੁਨੀਆ ਦੀ ਜਾਨ ਬਚਾਊਗਾ। ਤੇ ਉਹ ਜਾਨ ਬਚਾਉਣ ਵਾਲਾ ਕਿੱਥੇ ਗਿਆ? ਹੁਣ ਤੁਹਾਡੇ ਕੋਲ ਉਹ ਵੀ ਨਹੀਂ ਹੈ। ਪਹਿਲਾਂ ਤੁਸੀਂ ਜ਼ਬਰਦਸਤੀ ਟੀਕੇ ਲਾਉਣ ਦੀ ਗੱਲ ਕਰਦੇ ਸੀ, ਹੁਣ ਲੋਕ ਲਵਾਉਣ ਲੱਗ ਗਏ ਵੈਕਸੀਨ ਦੇ, ਹੁਣ ਤੁਹਾਡੇ ਕੋਲ ਦਵਾਈ ਨਹੀਂ ਹੈ। ਉਹ ਕਿੱਥੇ ਹੈ? ਇਹ ਜਿਹੜੀ ਕਹਿਣੀ ਤੇ ਕਰਨੀ ਦਾ, ਦਮਗ ਜੇ ਮਾਰਨ ਦਾ, ਕਾਲਪਨਿਕ ਜਿਹੜੀਆਂ ਚੀਜ਼ਾਂ ਨੇ, ਇਹ ਲੋਕਾਂ ਨੂੰ ਗੁੰਮਰਾਹ ਕਰਨ ਦਾ ਇੱਕ ਤਰੀਕਾ ਹੈ। ਔਰ ਇਸੇ ਕਰਕੇ ਜਿਹੜੀ ਠੋਸ ਚੀਜ਼ਾਂ 'ਤੇ ਉਂਗਲ ਨਹੀਂ ਰੱਖੀ ਜਾਂਦੀ, ਜਵਾਬਦੇਹ ਨਹੀਂ ਬਣਾਇਆ ਜਾਂਦਾ। ਔਰ ਜੇ ਮੋਹਨ ਭਾਗਵਤ, ਕਿਉਂਕਿ ਕਿਹਾ ਜਾਂਦਾ ਕਿ RSS ਦਾ ਇੱਕ ਵਿੰਗ ਦੇ ਤਰ੍ਹਾਂ BJP ਹੈ, RSS ਸੰਚਾਲਕ ਹੈ। ਮੋਹਨ ਭਾਗਵਤ ਦਾ ਬਣਦਾ ਇਹ ਸੀ ਕਿ ਗੌਰਮੈਂਟ 'ਚ ਜਿਹੜੇ ਇਨਕੰਪੀਟੈਂਟ ਅਯੋਗ ਆਦਮੀ ਨੇ, ਚਾਹੇ ਪ੍ਰਧਾਨ ਮੰਤਰੀ ਜਿਹੜਾ ਮਰਜ਼ੀ ਹੈ, ਉਹਨੂੰ ਰਿਪਲੇਸ ਕਰਨ ਦੀ ਗੱਲ ਹੈ। ਤੇ ਉਹਦੇ 'ਤੇ ਆਹ ਐਕਸ਼ਨ ਨਹੀਂ ਤਾਂ RSS ਕਰੂ, ਨਹੀਂ ਤਾਂ ਆਪਣੀ ਕੰਪੀਟੈਂਸੀ ਦਿਖਾਓ, ਆਪਣੀ ਯੋਗਤਾ ਦਿਖਾਓ। ਜੇ ਯੋਗਤਾ ਨਹੀਂ ਦਿਖਾਉਂਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਖਿਲਾਫ ਕਾਰਵਾਈ ਜਾਂ ਤਾਂ ਉਹ ਇਹ ਸਟੈਂਡ ਲਏ। ਤੇ ਇਸੇ ਤਰ੍ਹਾਂ ਸ਼ਾਸਨ ਦੇ ਵਿੱਚੋਂ ਡਿਮਾਂਡ ਕਰੇ ਗੌਰਮੈਂਟ ਤੋਂ ਕਿ ਸ਼ਾਸਨ ਦੀ ਵੀ ਜ਼ਿੰਮੇਵਾਰੀ ਹੈ। ਜਿਹੜੇ ਪੱਧਰ 'ਤੇ ਅਣਗਹਿਲੀ ਹੋਈ ਹੈ, ਲਾਚਾਰ ਹੋਈ ਹੈ, ਜਿਹੜੇ ਪੱਧਰ 'ਤੇ ਬੰਦੇ ਆਕਸੀਜਨ ਤੋਂ ਬਿਨਾਂ ਚੰਗੇ ਭਲੇ ਜਿਉਂਦੇ ਬੰਦੇ ਡੈੱਡ ਬਾਡੀਜ਼ ਬਣ ਗਏ, ਜਿਹੜੇ ਥਾਂ 'ਤੇ ਲੋਕਾਂ ਨੂੰ ਗੰਗਾ ਦੇ ਵਿੱਚ ਜਾ ਰਹੀਆਂ ਲਾਸ਼ਾਂ ਦਿਖਾਈ ਨਹੀਂ ਦਿੰਦੀਆਂ, ਜੇਕਰ ਇਸ ਲੈਵਲ ਦੀਆਂ ਅਣਗਹਿਲੀਆਂ ਨੇ ਤਾਂ ਉਹਨਾਂ ਬੰਦਿਆਂ ਖਿਲਾਫ ਕਾਰਵਾਈ ਕਰੋ। ਕਿਉਂ ਨਹੀਂ ਕਾਰਵਾਈ ਕਰਦੇ? ਤੇ ਫਿਰ ਜੇ ਇਹ ਕਾਰਵਾਈਆਂ ਹੋ ਰਹੀਆਂ ਨੇ ਤੇ ਲੋਕ ਤੁਹਾਡੇ 'ਤੇ ਭਰੋਸਾ ਕਿਵੇਂ ਕਰਨ? ਫਿਰ ਤੁਸੀਂ ਲੋਕਾਂ ਨੂੰ ਕਹਿੰਦੇ ਤੁਸੀਂ ਵੀ ਉਹ ਨਹੀਂ ਜ਼ਿੰਮੇਵਾਰ, ਉਹਨਾਂ ਨੂੰ ਤਾਂ ਭਰੋਸਾ ਹੀ ਨਹੀਂ ਹੋ ਰਿਹਾ, ਤੁਸੀਂ ਫਰਾਡ ਕਰ ਰਹੇ ਹੋ। ਔਰ ਸਾਰਾ ਦੁਨੀਆ ਦਾ ਮੀਡੀਆ ਇਹ ਕਹਿ ਰਿਹਾ ਤੁਸੀਂ ਲਾਸ਼ਾਂ ਵੀ ਪੂਰੀਆਂ ਨਹੀਂ ਦੱਸ ਰਹੇ ਕਿ ਗਿਣਤੀ ਕਿੰਨੀ ਹੈ। ਨਾ ਉੱਥੇ ਤੁਹਾਡਾ ਯਕੀਨ, ਨਾ ਇੱਥੇ ਤੁਹਾਡਾ ਯਕੀਨ। ਇਸ ਕਰਕੇ ਇਸ ਮਾਮਲੇ 'ਚ ਬਹੁਤ ਗੰਭੀਰ ਮਾਮਲਾ ਹੈ।
ਇਹਨੂੰ ਰਲਗੱਡ ਕਰਕੇ ਗੋਲ ਮੋਲ ਕਰਕੇ ਚੀਜ਼ਾਂ ਨੂੰ ਇੱਕ ਵਾਰ ਅੱਗੇ ਇਹ ਲੱਗਦਾ ਇਹ ਹੈ ਕਿ ਜਿਹੜਾ ਨਾਰਾਜ਼ਗੀ ਲੋਕਾਂ ਦੇ ਵਿੱਚ ਜਿਹੜੀ ਬੇਭਰੋਸਗੀ ਪੈਦਾ ਹੋ ਰਹੀ ਹੈ ਸ਼ਾਸਨ ਤੇ ਪ੍ਰਸ਼ਾਸਨ ਦੇ ਖਿਲਾਫ, ਉਹਨੂੰ ਉਹਦੇ ਤੇ ਪਰਦਾ ਪਾਉਣ ਦੀ ਕੋਸ਼ਿਸ਼ ਹੈ ਇੱਕ ਟਾਈਪ ਦੀ। ਤੇ ਉਹ ਪਰਦਾ ਪਾ ਕੇ ਹੀ ਹੈ ਵੀ ਆਪਾਂ ਸਾਰੇ ਦੋਸਤੀ ਆਓ ਹੁਣ ਇਕਜੁੱਟ ਹੋ ਕੇ ਚੱਲੀਏ। ਉਹ ਤਾਂ ਇਕਜੁੱਟਤਾ ਹੀ ਹੈ, ਦੇਸ਼ ਕੀ ਕਰ ਰਿਹਾ, ਹੋਰ ਲੋਕ ਕੀ ਕਰ ਰਹੇ ਨੇ। ਲੋਕਾਂ ਦੀ ਤਾਂ ਆਪਣੀ ਇਕਜੁੱਟਤਾ, ਭਾਈ ਸਾਨੂੰ ਦੱਸੋ ਅਸੀਂ ਭਰਤੀ ਕਿੱਥੇ ਹੋਈ ਹੈ, ਸਾਨੂੰ ਕਿੱਥੇ ਦੱਸੋ, ਸਾਡੇ ਕੋਲ ਬੈੱਡ ਕਿੱਥੇ ਪਿਆ, ਤੁਹਾਡੇ ਕੋਲ ਡਾਕਟਰ ਕਿੱਥੇ ਹੈ, ਤੁਹਾਡੇ ਕੋਲ ਨਰਸ ਕਿੱਥੇ ਹੈ। ਲੋਕ ਤਾਂ ਡਿਮਾਂਡ ਕਰਨਗੇ ਨਾ ਉੱਤੇ, ਤੇ ਉਹ ਡਿਮਾਂਡ ਪੂਰੀ ਕਰਨਾ ਜਿਹੜਾ ਬੰਦਾ ਉਹਦੇ ਨਾਲ ਵਾਅਦੇ ਕਰਕੇ ਗਿਆ, ਬਾਕੀ ਚੀਜ਼ਾਂ ਉਹਦੀ ਜ਼ਿੰਮੇਵਾਰੀ ਹੈ। ਇਹਨੂੰ ਪੂਰਾ ਕਰੋ, ਨਾ ਕਿ ਲੋਕਾਂ ਨੂੰ ਵਿੱਚ ਘੜੀਸ ਕੇ ਬਿਨਾਂ ਮਤਲਬ ਬਰਾਬਰ ਦੇ ਦੋਸ਼ੀ ਬਣਾ ਕੇ ਉਹਤੇ ਪਰਦਾਪੋਸ਼ੀ ਕਰਨ ਦੀ ਕੋਸ਼ਿਸ਼ ਕਰੋ। ਹਮੀਰ ਸਿੰਘ ਜੀ, ਦੇਸ਼ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਜੇਕਰ ਗੱਲ ਕਰੀਏ, ਲੋਕਾਂ ਦੇ ਵਿੱਚ ਪ੍ਰਧਾਨ ਮੰਤਰੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਾਫੀ ਨਾਰਾਜ਼ਗੀ ਪਾਈ ਜਾ ਰਹੀ ਹੈ। ਕਈ ਥਾਵਾਂ ਤੇ ਪ੍ਰਧਾਨ ਮੰਤਰੀ ਦੇ ਖਿਲਾਫ ਪੋਸਟਰ ਤੱਕ ਜਿਹੜੇ ਹੈਗੇ ਲੋਕਾਂ ਵੱਲੋਂ ਲਾਏ ਜਾ ਰਹੇ ਨੇ, ਤੇ ਲੋਕਾਂ ਵੱਲੋਂ ਲਾਏ ਗਏ ਜਿਹੜੇ ਪੋਸਟਰ ਹੈ ਉਸ ਨੂੰ ਲੈ ਕੇ ਪੁਲਿਸ ਨੇ ਕਈ ਥਾਵਾਂ ਤੇ ਪਰਚੇ ਦਰਜ ਕੀਤੇ ਨੇ, ਕਈ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਤੁਹਾਨੂੰ ਇਹ ਨਹੀਂ ਲੱਗਦਾ ਵੀ ਕਿ ਪੁਲਿਸ ਜਿਹੜੀ ਹੈਗੀ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਕਰਕੇ ਆਪਣੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ? ਲੋਕਾਂ ਦੀ ਆਵਾਜ਼ ਤਾਂ ਸ਼ੁਰੂ ਤੋਂ ਹੀ ਦਬਾਉਣ ਦੀ ਕੋਸ਼ਿਸ਼ ਹੈ। ਜਿਹੜਾ UAPA ਦੇ ਤਹਿਤ ਦਰਜ ਨੇ ਪਰਚੇ, ਦੇਸ਼ ਧਰੋਹੀਆਂ ਦੇ ਪਰਚੇ ਦਰਜ ਨੇ, ਉਹ ਸਾਰੇ ਦਾ ਪਰਚੇ ਵੱਖਰੇ ਵਿਚਾਰ ਨੂੰ ਦਬਾਉਣ ਦਾ ਸਵਾਲ। ਜਿਹੜਾ ਸੰਵਿਧਾਨ ਕਹਿੰਦਾ ਫਰੀਡਮ ਆਫ ਐਕਸਪ੍ਰੈਸ਼ਨ ਹੈ, ਸਾਨੂੰ ਬੋਲਣ ਦਾ ਹੱਕ ਹੈ, ਇਕੱਠੇ ਹੋ ਕੇ ਲੜਾਈ ਲੜਨ ਦਾ ਹੱਕ ਹੈ, ਬਾਕੀ ਸਾਰੇ ਸਾਡੇ ਕੋਲ ਹੱਕ ਨੇ, ਸਰਕਾਰ ਦੀ ਆਲੋਚਨਾ ਕਰਨ ਦਾ ਹੱਕ ਹੈ, ਸਰਕਾਰ ਦੇ ਖਿਲਾਫ ਜਦੋਜਹਿਦ ਕਰਨ ਦਾ ਹੱਕ ਹੈ। ਤੇ ਜੇ ਕਿਸੇ ਨੇ ਪੋਸਟਰ ਲਾਤਾ ਕਿ ਪ੍ਰਧਾਨ ਮੰਤਰੀ ਇਹ ਦੱਸੇ ਕਿ ਸਾਡੇ ਹਿੱਸੇ ਦੀ ਵੈਕਸੀਨ ਵਿਦੇਸ਼ਾਂ ਨੂੰ ਕਿਉਂ ਭੇਜੀ ਹੈ, ਜੀ ਇੱਕ ਸਵਾਲ ਹੈ। ਪ੍ਰਧਾਨ ਮੰਤਰੀ ਨੂੰ ਇਸ ਸਵਾਲ ਦਾ ਜਵਾਬ ਦੇਣਾ ਚਾਹੀਦਾ, ਕਿਉਂਕਿ ਉਹ ਚੁਣਿਆ ਹੋਇਆ ਪ੍ਰਧਾਨ ਮੰਤਰੀ ਹੈ, ਡਿਕਟੇਟਰ ਨਹੀਂ ਹੈ। ਜੇਕਰ ਉਹ ਮਹਿਸੂਸ ਕਰਦਾ ਮੈਂ ਚੁਣੀ ਹੋਈ ਗੌਰਮੈਂਟ ਹਾਂ ਅਤੇ ਮੇਰੀ ਲੋਕਾਂ ਪ੍ਰਤੀ ਜਵਾਬਦੇਹੀ ਹੈ, ਤਾਂ ਲੋਕਾਂ ਦੇ ਜਿਹੜੇ ਸਵਾਲ ਖੜ੍ਹੇ ਹੋ ਰਹੇ ਨੇ ਉਹਨਾਂ ਦਾ ਸਾਹਮਣੇ ਆ ਕੇ ਜਵਾਬ ਦੇਣਾ ਚਾਹੀਦਾ। ਪਰ ਤਰੀਕਾ ਇਹ ਹੈ ਕਿ 7 ਸਾਲਾਂ ਦੇ ਵਿੱਚ ਪ੍ਰਧਾਨ ਮੰਤਰੀ ਨੇ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ। ਟਵੀਟ ਕੀਤੇ ਨੇ ਜਿੰਨੇ ਕੁ ਵੀ ਕੀਤੇ ਨੇ, ਔਰ ਬਾਕੀ ਦੇ MP ਜਿਹੜੇ ਮਿਨਿਸਟਰ ਨੇ ਉਹਨਾਂ ਦੇ ਜਾਂ ਬਾਕੀ ਲੋਕ ਉਹਨਾਂ ਨੂੰ ਰੱਖਿਆ ਹੋਇਆ ਕਦੇ ਕਦੇ ਕੁਝ ਨਾ ਕੁਝ ਬਿਆਨ ਦੇਣ ਦੇ ਵਾਸਤੇ। ਉਹਨਾਂ ਕੋਲ ਕੋਈ ਤਾਕਤ ਹੈ ਨਹੀਂ ਕਿਸੇ ਵੀ ਟਾਈਪ ਦੀ। ਔਰ ਇਹ ਜਿਹੜੇ ਸਾਰੇ ਮਾਹੌਲ ਨੇ, ਹੁਣ ਜਦੋਂ ਇਹ ਪੋਸਟਰ ਕੇਵਲ ਇਹ ਪੋਸਟਰ ਲਾਏ ਨੇ ਬੰਦਿਆਂ ਨੇ, ਜਿਹੜੀ ਉਹਦੀ ਇਬਾਰਤ ਆਈ ਹੈ ਖਬਰਾਂ ਦੇ ਵਿੱਚ ਕਿ ਸਾਡੇ ਹਿੱਸੇ ਦੀ ਵੈਕਸੀਨ ਜਿਹੜੀ ਹੈ ਉਹ ਕਿੱਥੇ ਗਈ, ਉਹ ਵਿਦੇਸ਼ ਕਿਉਂ ਗਈ, ਇਹਦੇ ਨਾਂ 'ਤੇ 25 FIR ਦਿੱਲੀ ਪੁਲਿਸ ਕਰਦੀ ਹੈ, ਤੇ ਹੋਰ ਵੀ ਕਹਿੰਦੇ ਹੋਣਗੀਆਂ ਦੇਸ਼ ਦੇ ਵਿੱਚ। ਇਹ ਕਿਹਾ ਜਾ ਰਿਹਾ ਕਿ ਇਹਦਾ ਮਤਲਬ ਇਹ ਹੈ ਕਿ ਜਿਹੜਾ ਕਾਨੂੰਨੀ ਤੌਰ 'ਤੇ ਅਥਾਰਟੀ ਹੈ ਜਿਹਨੇ ਇੱਕ ਹੁਕਮ ਜਾਰੀ ਕੀਤਾ ਹੈ, ਉਸ ਹੁਕਮ ਦਾ ਉਲੰਘਣਾ ਕਰ ਰਹੇ ਹੋ, ਇਸ ਕਰਕੇ ਤੁਹਾਡੇ ਖਿਲਾਫ IPC ਦੀ ਧਾਰਾ ਦੇ ਮਾਮਲੇ ਦੇ ਵਿੱਚ ਪਰਚਾ ਦਰਜ ਕੀਤਾ ਜਾਏਗਾ। ਡਿਕਟੇਟਰਸ਼ਿਪ 'ਚ ਹੋਰ ਕੀ ਹੁੰਦਾ? ਇਹ ਹੁੰਦਾ ਕਿ ਜੋ ਸਾਡਾ ਹੁਕਮ ਹੈ ਗੌਰਮੈਂਟ ਦਾ, ਗੌਰਮੈਂਟ ਦੇ ਕਿਸੇ ਅਧਿਕਾਰੀ ਦਾ, ਜੇ ਤੁਸੀਂ ਉਹਨੂੰ ਚੁਣੌਤੀ ਦੇ ਰਹੇ ਹੋ ਤਾਂ ਅਸੀਂ ਤੁਹਾਡੇ ਖਿਲਾਫ ਪਰਚਾ ਦਰਜ ਕਰਾਂਗੇ। ਇਹੀ ਅਦਾਲਤਾਂ ਕਹਿੰਦੀਆਂ ਸੀ। ਅਦਾਲਤਾਂ ਇਹ ਕਹਿ ਰਹੀਆਂ ਸੀ ਵੀ ਜੇ ਅਦਾਲਤ ਦੇ ਕਿਸੇ ਫੈਸਲੇ 'ਤੇ, ਅਦਾਲਤ ਦੇ ਕਿਸੇ ਜੱਜ ਦੇ ਖਿਲਾਫ ਤੁਸੀਂ ਕੋਈ ਕਾਰਵਾਈ ਕਰਦੇ ਹੋ ਤਾਂ ਕੰਟੈਂਪਟ ਆਫ ਕੋਰਟ ਹੋਊ। ਪ੍ਰਸ਼ਾਂਤ ਭੂਸ਼ਣ ਦੇ ਕੇਸ ਦੇ ਵਿੱਚ ਇੰਨਾ ਰੌਲਾ ਕੰਟਰੀ 'ਚ ਪਿਆ, ਤੇ ਉਸ ਤੋਂ ਬਾਅਦ ਉਹ ਖੜਾ ਹੋ ਗਿਆ ਰੌਲਾ, ਕੋਰਟ ਨੂੰ ਥੋੜ੍ਹਾ ਜਿਹਾ ਪੈਰ ਪਿੱਛੇ ਖਿੱਚਣੇ ਪਏ ਕਿ ਜਮਹੂਰੀ ਦੇਸ਼ ਦੇ ਵਿੱਚ ਤੁਹਾਡੀ ਹਰ ਕਾਰਗੁਜ਼ਾਰੀ, ਤੁਹਾਡਾ ਹਰ ਫੈਸਲਾ ਜਨਤਕ ਖੇਤਰ ਦੇ ਵਿੱਚ ਹੈ। ਜਨਤਾ ਨੂੰ ਪੂਰਾ ਹੱਕ ਹੈ ਉਹਦੇ 'ਤੇ ਗੱਲ ਕਰਨ ਦਾ, ਉਹਦੇ 'ਤੇ ਸਵਾਲ ਖੜ੍ਹੇ ਕਰਨ ਦਾ। ਅਤੇ ਇਹ ਠੀਕ ਹੈ ਕਿ ਉਹ ਭਾਸ਼ਾ ਸੰਜਮ ਵਾਲੀ ਹੋਵੇ, ਇਹ ਠੀਕ ਹੈ ਉਹ ਲੌਜੀਕਲ ਹੋਵੇ, ਤੱਥਾਂ ਦੇ ਆਧਾਰ 'ਤੇ ਹੋਵੇ, ਪਰ ਉਹ ਗੱਲ ਕਰਨ ਦਾ ਪੂਰੀ ਤਰ੍ਹਾਂ ਹੱਕ ਹੈ। ਉਹਦੇ 'ਤੇ ਜੇ ਤੁਸੀਂ ਅਪਰਾਧਿਕ ਪਰਚੇ ਦਰਜ ਕਰਨ ਲੱਗ ਗਏ ਤਾਂ ਇਹ ਤਾਂ ਐਮਰਜੈਂਸੀ ਨਾਲੋਂ ਵੀ ਮਾੜੀ ਹਾਲਤ ਪੈਦਾ ਹੋ ਜਾਣੀ ਹੈ, ਤਾਨਾਸ਼ਾਹੀ ਨਾਲੋਂ ਵੀ ਮਾੜੀ ਹਾਲਤ ਉਸ ਲੈਵਲ 'ਤੇ ਪੈਦਾ ਹੋ ਜਾਏਗੀ। ਤਾਂ ਤੁਸੀਂ, ਇਹਦਾ ਮਤਲਬ ਇਹ ਹੋ ਗਿਆ ਕਿ ਦੇਸ਼ ਅਤੇ ਪ੍ਰਧਾਨ ਮੰਤਰੀ ਇੱਕੋ ਚੀਜ਼ ਹੈ ਜੀ। ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ। ਪਹਿਲਾਂ ਵੀ ਇੱਕ ਵਾਰ ਸਲੋਗਨ ਲੱਗਿਆ ਸੀ ਇੰਦਰਾ ਇਜ ਇੰਡੀਆ, ਇੰਡੀਆ ਇਜ ਇੰਦਰਾ, ਉਦੋਂ ਵੀ ਇਹ ਚੀਜ਼ਾਂ ਕਹਿਣ ਦੀ ਕੋਸ਼ਿਸ਼ ਕੀਤੀ ਗਈ ਕਿ ਜੋ ਇੱਕ ਬੰਦਾ ਹੈ ਤੇ ਉਹੀ ਸਾਰਾ ਕੁਝ ਹੈ। ਪਰ ਐਡੇ ਵੱਡੇ ਦੇਸ਼ 'ਚ ਨਾ ਇੱਕ ਬੰਦੇ ਦੀ ਔਕਾਤ ਹੁੰਦੀ ਹੈ, ਚਾਹੇ ਉਹ ਪ੍ਰਧਾਨ ਮੰਤਰੀ ਹੋਵੇ, ਜੋ ਮਰਜ਼ੀ, ਉਹ ਦੇਸ਼ ਨਹੀਂ ਹੁੰਦਾ। ਦੇਸ਼ਾਂ 'ਚ ਹੋ ਸਕਦਾ ਕੱਲ੍ਹ ਨੂੰ ਇਹ ਪਾਰਟੀ ਰਹਿੰਦੀ ਹੈ, ਨਹੀਂ ਰਹਿੰਦੀ, ਕੱਲ੍ਹ ਨੂੰ ਕੋਈ ਹੋਰ ਬੰਦਾ ਆ ਜਾਂਦਾ ਜਾਂ ਉਸੇ ਪਾਰਟੀ 'ਚੋਂ ਬਦਲ ਜਾਂਦਾ, ਜਾਂ ਪਰਸੋਂ ਕੋਈ ਹੋਰ ਚੀਜ਼ਾਂ ਹੋ ਜਾਂਦੀਆਂ ਨੇ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਅਲੱਗ ਕਰਕੇ ਦੇਖਿਆ ਜਾਣਾ ਚਾਹੀਦਾ। ਜਮਹੂਰੀਅਤ ਇਸੇ ਕਰਕੇ ਖਤਮ ਹੋ ਰਹੀ ਹੈ ਕਿਉਂਕਿ ਦੇਸ਼ ਜਾਂ ਸੱਤਾਧਾਰੀ ਪਾਰਟੀ ਇੱਕੋ ਚੀਜ਼ ਬਣਾਈ ਜਾ ਰਹੀ ਹੈ। ਹਾਲਾਂਕਿ ਉਹ ਇੱਕ ਥੋੜ੍ਹੇ ਸਮੇਂ ਲਈ ਉਹਨਾਂ ਨੂੰ ਦਿੱਤਾ ਗਿਆ ਮੌਕਾ ਹੁੰਦਾ ਦੇਸ਼ ਦੇ ਲੋਕਾਂ ਵੱਲੋਂ ਕਿ ਤੁਸੀਂ ਜੋ ਕਰਕੇ ਦਿਖਾਉਣਾ ਸਾਨੂੰ ਕਰਕੇ ਦਿਖਾਓ, ਅਤੇ ਜੇ ਤੁਸੀਂ ਸਾਡੇ ਮੁਤਾਬਕ ਸਹੀ ਨਹੀਂ ਉੱਠੋਗੇ ਤੁਹਾਨੂੰ ਹਟਾਇਆ ਜਾ ਸਕਦਾ, ਤੁਸੀਂ ਕੋਈ ਪਰਮਾਨੈਂਟ ਚੀਜ਼ ਨਹੀਂ ਹੋ। ਜੀ ਹਮੀਰ ਸਿੰਘ ਜੀ, ਕਰੋਨਾ ਵਾਇਰਸ ਦੇ ਕੇਸਾਂ ਦੀ ਗੱਲ ਕਰੀਏ ਤਾਂ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਦੇ ਵਿੱਚ ਵੀ ਕੇਸਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ, ਅਤੇ ਵੱਖ-ਵੱਖ ਸਰਕਾਰਾਂ ਵੱਲੋਂ ਜਿਹੜਾ ਹੈਗਾ ਵਿਸ਼ੇਸ਼ ਤੌਰ 'ਤੇ ਪਿੰਡਾਂ ਨੂੰ ਲੈ ਕੇ ਗਾਈਡਲਾਈਨ ਜਾਰੀ ਕੀਤੀਆਂ ਜਾ ਰਹੀਆਂ ਨੇ। ਅਸੀਂ ਜਾਣਨਾ ਚਾਹਾਂਗੇ ਕਿ ਉਹ ਗਾਈਡਲਾਈਨ ਜਿਹੜੀ ਹੈਗੀਆਂ ਉੱਥੇ ਦੇ ਕਰੋਨਾ ਦੇ ਕੇਸ ਰੋਕ ਸਕਣਗੀਆਂ ਕਿ ਉੱਥੇ ਸੂਬਾ ਸਰਕਾਰਾਂ ਨੂੰ ਸਿਹਤ ਸਹੂਲਤਾਂ ਦੇ ਵਿੱਚ ਸੁਧਾਰ ਕਰਨ ਲਈ ਕੋਈ ਹੋਰ ਨੀਤੀ ਬਣਾਉਣੀ ਪਏਗੀ? ਜਿਹੜੇ ਵੀ ਰੂਰਲ ਬੈਲਟ 'ਤੇ ਨੇ, ਪਹਿਲਾਂ ਤਾਂ ਬਿਆਨਬਾਜ਼ੀ ਜਿਹੜੀ ਮੋਹਨ ਭਾਗਵਤ ਕਹਿੰਦਾ ਨਾ ਇੱਕ ਹੋਈ ਏ, ਅਤੇ ਪਹਿਲਾਂ ਤਾਂ ਤੁਸੀਂ ਬਿਆਨਬਾਜ਼ੀ ਦੇ ਰਹੇ ਹੋ ਲੋਕਾਂ ਦੇ ਖਿਲਾਫ।
ਤੁਸੀਂ ਕਹਿ ਰਹੇ ਹੋ ਕਦੇ ਖੱਟਰ ਦਾ ਬਿਆਨ ਆ ਜਾਂਦਾ ਕਿ ਕਿਸਾਨ ਮੋਰਚੇ ਕਰਕੇ ਪਿੰਡਾਂ 'ਚ ਫੈਲੇ ਆ। ਬਾਕੀ ਸਾਰੇ ਲੋਕਾਂ ਨੂੰ ਪਤਾ ਹੀ ਹੈ ਕਿ ਤੁਹਾਡੇ ਧਾਰਮਿਕ ਫੰਕਸ਼ਨ, ਤੁਹਾਡੇ ਪੋਲੀਟੀਕਲ ਫੰਕਸ਼ਨ ਜਿਹੜੇ ਤਾਂ ਤੁਹਾਡੀਆਂ ਵੋਟਾਂ ਜਿਹੜੀਆਂ ਪੰਚਾਇਤੀ ਰਾਜ 'ਚੋਂ ਸਾਰੀਆਂ ਚੀਜ਼ਾਂ ਨੇ, ਜ਼ਿੰਮੇਵਾਰੀ ਤੁਸੀਂ ਹੈਗੇ ਹੋ। ਪਰ ਸ਼ਹਿਰ 'ਚ ਤਾਂ ਫਿਰ ਵੀ ਮਾੜਾ ਮੋਟਾ ਜਿਹੜਾ ਬੁਨਿਆਦੀ ਢਾਂਚਾ ਹੈਲਥ ਦਾ ਹੈ, ਪੇਂਡੂ ਖੇਤਰ 'ਚ ਤਾਂ ਢਾਂਚਾ ਹੀ ਨਹੀਂ ਹੈ। ਅਜੇ ਤਾਂ ਸ਼ਹਿਰ ਦੇ ਵਿੱਚ ਤੁਹਾਡੀ ਲਗਭਗ ਓਵਰਆਲ ਮਤਲਬ 30% ਪਾਪੂਲੇਸ਼ਨ ਹੈ ਜਿਹੜੀ ਸ਼ਹਿਰ ਦੀ ਹੈ। ਸ਼ਹਿਰ ਦੀ ਵੀ 30% ਟੋਟਲ ਨਹੀਂ ਹੈ, ਉਹਦੇ 'ਚੋਂ ਵੀ 10% 20% ਪਾਪੂਲੇਸ਼ਨ ਅਲੱਗ ਹੈ ਜਿਹੜੀ ਗਰੀਬ ਜਨਤਾ ਸ਼ਹਿਰ ਦੀ, ਉਹਦੀ ਵੀ ਪਹੁੰਚ ਨਹੀਂ ਹੈ। ਅਤੇ ਪਿੰਡਾਂ 'ਚ ਜਾ ਕੇ ਡਾਕਟਰ, ਆਕਸੀਜਨ, ਬੈੱਡ ਇਹ ਅਵੇਲੇਬਲ ਕਿਵੇਂ ਕਰਾ ਲਓਗੇ? ਤੁਰੰਤ ਚੁਟਕੀ 'ਚ ਤੁਸੀਂ ਮਾਰ ਕੇ, ਚੁਟਕੀ ਨਾਲ ਤਾਂ ਨਹੀਂ ਕੰਮ ਹੋਣਾ ਨਾ। ਹਾਂ, ਇਹ ਗੱਲ ਠੀਕ ਹੈ ਕਿ ਕਈ ਜੇਕਰ ਸ਼ੁਰੂ ਤੋਂ ਹੀ ਇਹ ਤਰੀਕਾ ਤੁਹਾਡੀ ਯੋਜਨਾਬੰਦੀ ਦਾ ਹਿੱਸਾ ਹੋਵੇ, ਇਹ ਤੋਂ ਪਹਿਲਾਂ ਹੀ ਹੋਣਾ ਵੀ ਚਾਹੀਦਾ ਸੀ। ਜਿੰਨਾ ਡੀਸੈਂਟਰਲਾਈਜ਼ ਕਰੋਗੇ, ਜਿੰਨਾ ਤਾਕਤ ਹੇਠਾਂ ਦਿਓਗੇ, ਇਕੱਲਾ ਨਸੀਹਤ ਨਾ ਦਿਓ, ਉਹਨੂੰ ਉਨੇ ਪੈਸੇ ਵੀ ਦਿਓ ਉਸ ਸੰਸਥਾ ਨੂੰ, ਉਨੇ ਪੈਸੇ ਦੇ ਨਾਲ ਦੀ ਨਾਲ ਉਹਨਾਂ ਨੂੰ ਆਪਣਾ ਫੈਸਲਾ ਕਰਨ ਦੀ ਤਾਕਤ ਵੀ ਦਿਓ। ਤਾਂ ਜਿੰਨੇ ਵੀ ਸਾਡੇ ਕਮਿਊਨਿਟੀ ਸੈਂਟਰ ਪਿੰਡਾਂ ਦੇ ਵਿੱਚ ਨੇ ਜਾਂ ਲੋਕਲ ਹਸਪਤਾਲ ਜਿੰਨੇ ਵੀ ਹੈ ਨੇ, ਉਹਨਾਂ ਦੇ ਵਿੱਚ ਡਾਕਟਰਾਂ ਦੀ ਜਾਣ ਦੀ, ਨਰਸਾਂ ਦੀ, ਪਲੱਸ ਜਿੰਨੇ ਬੈੱਡ ਹੈ ਨੇ ਉਹਦੇ ਨੇੜੇ ਆਕਸੀਜਨ ਦੀ, ਜਿਨ੍ਹਾਂ ਨੂੰ ਆਕਸੀਜਨ ਦੀ ਨਹੀਂ ਉੱਥੇ ਦਾਖਲ ਕਰਨ 'ਚ ਕੀ ਪ੍ਰੋਬਲਮ ਹੈ ਤੁਹਾਨੂੰ? ਹੇਠਲੇ ਪੱਧਰ 'ਤੇ ਹੁਣ ਵੀ ਇਹ ਹੋ ਰਿਹਾ ਸ਼ਹਿਰਾਂ ਦੇ ਵਿੱਚ ਵੀ। ਅਸਲ 'ਚ ਜਿਹੜੇ ਹੇਠਲੇ ਹਸਪਤਾਲ ਨੇ, ਸਿਵਲ ਹਸਪਤਾਲ ਨੇ ਸਬ ਡਿਵੀਜ਼ਨਾਂ ਦੇ ਵਿੱਚ, ਉੱਥੇ ਡਾਕਟਰ ਜ਼ਿੰਮੇਵਾਰੀ ਥੋੜ੍ਹੀ, ਅਗਲਾ ਕਹਿੰਦਾ ਮੇਰੇ ਗਲ ਪਊਗਾ ਵਾਧੂ, ਇੱਥੇ ਸਾਡੇ ਕੋਲ ਨਾ ਕੋਈ ਪ੍ਰਬੰਧ ਹੈ ਅਤੇ ਇਸ ਲਈ ਚਲੋ ਰੈਫਰ ਕਰ ਦਿਓ ਜਿੱਥੇ ਮਰਜ਼ੀ ਜਾਣਗੇ। ਉਹ ਕਹਿੰਦਾ ਮੇਰੇ ਕੋਲ ਤਾਂ ਆਕਸੀਜਨ ਨਹੀਂ ਜੀ, ਮੇਰੇ ਕੋਲ ਵੈਂਟੀਲੇਟਰ ਨਹੀਂ। ਇਸੇ ਕਰਕੇ ਦਬਾਅ ਵੱਧ ਰਹੇ ਨੇ, ਸਾਰੇ ਕਿਤੇ ਉਹ ਰੈਫਰ ਹੋ ਰਹੇ ਨੇ, ਲਗਾਤਾਰ ਰੈਫਰ ਹੋ ਰਹੇ ਨੇ। ਉੱਥੇ ਪ੍ਰਬੰਧ ਦਿਓ, ਬੰਦੋਬਸਤ ਦਿਓ ਸਾਰੇ ਕਿਤੇ। ਤਾਂ ਜਿਹੜੇ ਮੁੱਢਲੇ ਲੈਵਲ ਦੇ ਨੇ, ਜਿਹੜੇ ਇੱਕ ਪਿੰਡ ਦੇ ਨੇ, 2 ਪਿੰਡ ਦੇ ਨੇ, ਡਿਸਪੈਂਸਰੀ 'ਚ ਹੈ, 4 ਥਾਂ ਹੈ, ਛੋਟਾ ਮੋਟਾ ਪ੍ਰਬੰਧ ਤਾਂ ਉੱਥੇ ਹੋ ਹੀ ਸਕਦਾ ਜੀ, ਬਿਲਕੁਲ। ਔਰ ਜੇ ਤੋਂ ਪਹਿਲਾਂ ਦੀ ਇੱਕ ਬਿਉਂਤਬੰਦੀ 'ਚ, ਪਰ ਉਹਨਾਂ ਬੰਦਿਆਂ ਨੂੰ ਭਰੋਸਾ 'ਚ ਤਾਂ ਲਓ, ਪੰਚਾਇਤਾਂ ਨੂੰ, ਮਿਊਨਿਸਪੈਲਿਟੀਆਂ ਨੂੰ, ਜ਼ਿਲ੍ਹਾ ਪ੍ਰੀਸ਼ਦਾਂ ਨੂੰ, ਬਲਾਕ ਸੰਮਤੀਆਂ ਨੂੰ, ਪਲੱਸ ਸਟੇਟ ਗੌਰਮੈਂਟਾਂ ਨੂੰ, ਸਭ ਨੂੰ ਇੱਕ ਭਰੋਸੇ 'ਚ ਲੈ ਕੇ ਉਸ ਪੱਧਰ ਦਾ ਤੁਸੀਂ ਕੋਈ ਬਿਉਂਤਬੰਦੀ ਬਣਾਓਗੇ ਤਾਂ ਉਹ ਅਮਲ 'ਚ ਆ ਜਾਂਦੀ ਹੈ। ਇਸੇ ਤਰ੍ਹਾਂ ਸਟੇਟ ਗੌਰਮੈਂਟਾਂ ਨੇ, ਸੈਂਟਰ ਉੱਥੋਂ ਬਿਆਨ ਦਾਗ ਦਿੰਦਾ, ਸਟੇਟਾਂ ਇੱਥੋਂ ਬਿਆਨ ਦੇ ਦਿੰਦੇ ਨੇ। ਜਦੋਂ ਰੌਲਾ ਪੈਂਦਾ ਫਿਰ ਉਹਦੇ 'ਚ ਕਦੇ ਕਹਿੰਦੇ ਨੇ ਪੂਰੀਆਂ ਦੁਕਾਨਾਂ ਬੰਦ ਕਰ ਦਿਓ, ਜਦ ਰੌਲਾ ਪੈਂਦਾ ਫਿਰ ਕਹਿੰਦੇ 2 ਵਜੇ ਤੱਕ ਚਲਾ ਲਓ, ਕਦੇ ਕਿੰਨੇ ਵਜੇ ਤੱਕ। ਮਤਲਬ ਇਹ ਨਾ ਉਸ ਡੰਗ ਟਪਾਊ ਨੀਤੀ ਹੈ। ਜਿਵੇਂ ਐਂ ਲੱਗਦਾ ਹੁੰਦਾ 10-15 ਦਿਨ ਹੋਰ ਹੈ, ਹੋਰ ਲੰਘ ਜਾਣਗੇ, ਫਿਰ ਆਪੀ ਹੌਲੀ ਹੇਠਾਂ ਆ ਜਾਊਗਾ ਕੰਮ, ਫਿਰ ਦੇਖ ਲਾਂਗੇ ਜੋ ਵੀ ਕਰਦੇ ਆ। ਜੇ ਬਣਾਉਣਾ ਤਾਂ ਲੋਕਾਂ ਦੀ ਰਾਏ ਨਾਲ। ਔਰ ਇੱਕ ਗੱਲ 'ਚ ਉਹਦੇ 'ਚ ਵਜਨ ਸੀਗਾ ਮੋਹਨ ਭਾਗਵਤ ਦਾ ਜਿਹੜਾ ਇਹ ਕੀਤਾ, ਉਹ ਕਹਿੰਦਾ ਵੀ ਟੋਟਲੀ ਜਿਹੜੀ ਡਾਕਟਰੀ ਹੈ, ਮੈਡੀਕਲ ਹੈ ਅਤੇ ਓਵਰਆਲ ਸਾਇੰਸ ਹੈ, ਉਹਦੇ ਆਧਾਰ 'ਤੇ ਕਰੋਨਾ ਨਾਲ ਲੜਿਆ ਜਾਏਗਾ। ਆਯੁਰਵੈਦਿਕ ਵੀ ਕਿਸਾਨ, ਪਰ ਜਿਹੜਾ ਬੰਦਾ ਨਿੱਜੀ ਤੌਰ 'ਤੇ ਇੱਧਰੋਂ ਉੱਧਰੋਂ ਉੱਠ ਕੇ ਆਯੁਰਵੈਦਿਕ ਦੀਆਂ ਇਹ ਕਹਿੰਦਾ ਮੇਰੇ ਕੋਲ ਹੈ, ਮੈਂ ਐਂ ਕਰਦਾ, ਉਹ ਨਹੀਂ, ਉਹ ਖਤਰਨਾਕ ਹੈ ਜੀ। ਹਾਲਾਂਕਿ ਪਹਿਲਾਂ ਬੀਜੇਪੀ ਦੇ ਜਾਂ ਬਾਕੀ ਦੇ ਬੰਦੇ ਤਾਂ ਸਾਰੇ ਕਹਿੰਦੇ ਨਾ ਆਯੁਰਵੈਦਿਕ, ਰਾਮਦੇਵ ਹੈ, ਮੰਨ ਲਓ ਰਾਮਦੇਵ ਕੁਝ ਵੀ ਕਹਿੰਦਾ ਮੇਰੇ ਕੋਲ ਹੈ ਦਵਾ। ਔਰ ਕਿੰਨੇ ਕਿਉਂਕਿ ਸੱਤਾ ਦੇ ਨਾਲ ਉਹਦੀ ਦੋਸਤੀ ਹੈ, ਕਈ ਮੰਤਰੀ ਵੀ ਆ ਕੇ ਉਹਦੀ ਹਾਜ਼ਰੀ 'ਚ ਬੈਠੇ ਹੁੰਦੇ ਨੇ। ਅਤੇ ਜਿਹੜਾ ਇਹ ਸਿਸਟਮ ਹੈ, ਇਹ ਕਹਿਣਾ ਜਿਹੜਾ ਬੀਜੇਪੀ ਦਾ ਅਤੇ RSS ਦਾ ਇੱਕ ਥੀਸਸ ਸੀ ਕਿ ਸਾਡੇ ਕੋਲ ਸਾਰਾ ਕੁਝ ਹੀ ਪਹਿਲਾਂ ਪਿਆ ਹੈ, ਅੱਜ ਦੀ ਸਾਇੰਸ ਦਾ ਕੋਈ ਮਤਲਬ ਨਹੀਂ, ਅਸੀਂ ਸਾਇੰਸ ਦੇ ਤੌਰ 'ਤੇ ਵੀ ਉਦੋਂ ਜ਼ਿਆਦਾ ਮਜ਼ਬੂਤ ਹਾਂ। ਅਤੇ ਇੱਥੇ ਆ ਕੇ ਖੜ੍ਹੇ ਹੋਣਾ ਕਿ ਸਾਨੂੰ ਸਾਇੰਟੀਫਿਕ ਤਰੀਕੇ ਨਾਲ ਹੀ ਸੋਚਣਾ ਪਏਗਾ। ਆਹ ਜਿਹੜੇ ਸਾਰੇ ਇੱਕ ਕੋਈ ਨਾ ਕੋਈ ਬਿਆਨ ਦੇ ਦਿੰਦਾ, ਗੋਹਾ ਮੜੋ ਸਾਰੇ ਸਰੀਰ ਨੂੰ, ਮਲੀ ਵੀ ਜਾਂਦੇ ਨੇ ਸਾਰੇ ਕਿਤੇ। ਕੀ ਇਹਦਾ ਸਾਇੰਟੀਫਿਕ ਕੀ ਬਣਿਆ ਹੈ ਲੋਕਾਂ 'ਚ? ਦੱਸੋ ਫਿਰ ਇਹਦਾ ਕੀ ਅਸਰ ਪੈਂਦਾ ਲੋਕਾਂ 'ਚ? ਦੱਸੋ। ਗੁੰਮਰਾਹ ਕਰਨਾ, ਜਿਹੜਾ ਕਨਫਿਊਜ਼ਨ ਕ੍ਰੀਏਟ ਕਰਨਾ, ਉਹ ਇਹ ਸਾਰੀਆਂ ਚੀਜ਼ਾਂ ਕਨਫਿਊਜ਼ਨ ਕ੍ਰੀਏਟ ਕਰਦੀਆਂ ਨੇ ਉਸ ਮਾਮਲੇ 'ਚ। ਔਰ ਇਸੇ ਕਰਕੇ ਇਹ ਹੈ ਕਿ ਸਾਇੰਟੀਫਿਕਲੀ ਲੋਕਾਂ ਦੇ ਅੰਦਰੋਂ ਡਰ ਖਤਮ ਕਰੋ, ਸਹਿਮ ਖਤਮ ਕਰੋ, ਉਹਨਾਂ ਨੂੰ ਭਰੋਸੇ 'ਚ ਲਓ। ਭਰੋਸੇ 'ਚ ਲੈਂਦੇ ਹੋਏ ਇੱਕ ਠੀਕ ਪੈਟਰਨ ਦੇ ਵਿੱਚ ਜਿੰਨਾ ਤੁਹਾਡੇ ਕੋਲ ਹੁਣ ਸਾਧਨ ਨੇ ਉਹਨਾਂ 'ਚ ਇਲਾਜ ਕਰਨ ਦੀ ਜੇਕਰ ਕੋਸ਼ਿਸ਼ ਕਰੋਗੇ ਤਾਂ ਲੋਕਾਂ ਦੀ ਸਪੋਰਟ ਵੀ ਹੋਏਗੀ ਕਿ ਹਾਂ ਆਪਾਂ ਰਲ ਮਿਲ ਕੇ ਇਹਨੂੰ ਠੀਕ ਕਰਦੇ ਹਾਂ। ਔਰ ਇਹ ਠੀਕ ਹੋ ਵੀ ਜਾਏਗਾ, ਕੋਈ ਐਡੀ ਗੱਲ ਨਹੀਂ ਹੁੰਦੀ। ਦੁਨੀਆ 'ਤੇ ਆਫਤਾਂ ਆਈਆਂ ਇਹਨੇ, ਅਤੇ ਹੁਣ ਵੀ ਆਫਤ ਆਈ ਹੈ, ਇਹਨੇ ਵੀ ਚਲੇ ਜਾਣਾ। ਪਰ ਇਸ ਆਫਤ ਨੇ ਇੱਕ ਗੱਲ, ਸਭ ਚੀਜ਼ਾਂ ਦੀ ਜਿਹੜੀ ਯੋਗਤਾ ਉਹ ਨੰਗੀ ਜ਼ਰੂਰ ਕਰਤੀ ਹੈ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਦੇ ਵਿੱਚ ਇਹਦੀ ਚਰਚਾ ਵੀ ਰਹੂਗੀ ਉਹ ਰਹੂਗੀ ਜੀ। ਹਮੀਰ ਸਿੰਘ ਜੀ, ਇੱਕ ਵੱਡਾ ਸਵਾਲ ਖੜਾ ਹੁੰਦਾ ਕਿਸਾਨ ਅੰਦੋਲਨ ਨੂੰ ਲੈ ਕੇ। ਦਿੱਲੀ ਦੀ ਬਰੂਹਾਂ 'ਤੇ ਜਿਹੜਾ ਕਿਸਾਨ ਅੰਦੋਲਨ ਨੂੰ ਚੱਲਦੇ ਨੂੰ 6 ਮਹੀਨੇ ਦੇ ਕਰੀਬ ਸਮਾਂ ਪੂਰਾ ਹੋਣ ਵਾਲਾ ਹੈ, ਅਤੇ ਹਲੇ ਵੀ ਕੇਂਦਰ ਸਰਕਾਰ ਕਿਸਾਨਾਂ ਦੀ ਗੱਲਬਾਤ ਮੰਨਣ ਲਈ ਤਿਆਰ ਨਹੀਂ ਹੈ। ਇੱਕ ਪਾਸੇ ਤਾਂ ਉਹ ਕਰੋਨਾ ਦੇ ਨਾਂ 'ਤੇ ਜਿਹੜਾ ਹੈ ਵੱਡੇ ਪ੍ਰਚਾਰ ਕਰ ਰਹੀ ਹੈ ਵੀ ਕਿਸਾਨਾਂ ਕਰਕੇ ਕਰੋਨਾ ਵੱਧ ਸਕਦਾ, ਹੋਰ ਹੋ ਸਕਦਾ, ਪਰ ਉਹ ਕਿਸਾਨਾਂ ਦੀ ਗੱਲ ਮੰਨਣ ਲਈ ਤਿਆਰ ਨਹੀਂ ਹੈ। ਜਿਹੜਾ ਹੈਗਾ ਮੌਜੂਦਾ ਸਮੇਂ ਟਕਰਾਅ ਜਿਹੜਾ ਹੈਗਾ ਕੇਂਦਰ ਅਤੇ ਕਿਸਾਨਾਂ ਵਿਚਕਾਰ ਬਣਿਆ ਹੋਇਆ। ਤੁਹਾਨੂੰ ਕੀ ਲੱਗਦਾ ਵੀ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਮੰਨੂਗੀ ਜਾਂ ਆਉਣ ਵਾਲੇ ਦਿਨਾਂ 'ਚ ਕੀ ਹੋ ਸਕਦਾ? ਅਜੇ ਤੱਕ ਤਾਂ ਨਹੀਂ, ਕੇਂਦਰ ਦਾ ਅਜੇ ਮੂਡ ਤਾਂ ਇਹੀ ਨਜ਼ਰ ਆ ਰਿਹਾ ਨਾ ਕਿ ਉਹ ਕਹਿ ਰਹੇ ਨੇ ਚਲੇ ਜਾਓ ਜੀ ਕਿਉਂਕਿ ਕਰੋਨਾ ਆ ਗਿਆ, ਇਹਦੀ ਗੱਲ ਸੁਣੋ ਤੁਸੀਂ ਸਾਡੀ, ਅਜੇ ਜਾਓ, ਮੁੜ ਕੇ ਆ ਕੇ ਦੇਖ ਲਿਓ। ਔਰ ਜੇ ਇੰਨੀ ਸੰਵੇਦਨਸ਼ੀਲਤਾ ਹੁੰਦੀ ਤਾਂ ਗੌਰਮੈਂਟ ਪਹਿਲਾਂ ਹੀ ਐਲਾਨ ਕਰ ਦਿੰਦੀ ਜਦੋਂ ਕਰੋਨਾ ਉਹਨੂੰ ਲੱਗਦਾ ਕਿ ਇਹ ਬਹੁਤ ਘਾਤਕ ਹੈ।
ਤਾਂ ਤੁਸੀਂ ਕਹਿੰਦੇ ਤੁਸੀਂ ਸਾਡੇ ਦੇਸ਼ ਦੇ ਇੱਜ਼ਤਦਾਰ ਨਾਗਰਿਕ ਹੋ, ਇੰਨਾ ਸਮਾਂ ਤੋਂ ਬੈਠੇ ਹੋ, ਅਸੀਂ ਇਹ ਨਹੀਂ ਦੇਖ ਸਕਦੇ, ਲਓ ਤੁਹਾਡੇ ਕਾਨੂੰਨ ਜਿਹੜਾ ਤੁਹਾਡਾ ਗਿਲਾ ਸਿਕਵਾ ਜਿਸ ਨੂੰ ਰੋਕ ਦਿੰਦੇ ਆ, ਅਸੀਂ ਕਾਨੂੰਨ ਸਾਰੇ ਵਾਪਸ ਲੈਂਦੇ ਆ ਤੇ ਫਿਰ ਦੇਖਾਂਗੇ ਜਦੋਂ ਕਰੋਨਾ ਠੀਕ ਹੋ ਗਿਆ ਉਦੋਂ ਬਾਅਦ ਆਪਾਂ ਵਿਚਾਰ ਕਰ ਲਾਂਗੇ। ਤੇ ਇੱਕ ਵਾਰ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਘਰ ਜਾਓ, ਕਾਨੂੰਨ ਬਿਗੜਾਂ ਨੇ। ਫਿਰ ਤਾਂ ਸਰਕਾਰਾਂ ਦਾ ਦਿਆਂਤਦਾਰੀਆਂ ਤਾਂ ਉੱਥੋਂ ਖੜੀਆਂ ਹੁੰਦੀਆਂ ਨੇ, ਪਰ ਦੂਜੇ ਪਾਸੇ ਤੁਸੀਂ ਸਿਆਸਤ ਨਹੀਂ ਛੱਡ ਰਹੇ ਕਰੋਨਾ ਦੇ ਵਿੱਚ ਵੀ। ਹੁਣ ਤੁਹਾਡਾ ਹਰਿਆਣੇ ਵਾਲਾ ਚੀਫ ਮਿਨਿਸਟਰ ਜਾਂਦਾ ਕਿ ਮੈਂ ਫਲਾਣੇ ਹਸਪਤਾਲ ਦੇ ਵਿੱਚ ਉਦਘਾਟਨ ਕਰਕੇ ਜਾਣਾ, ਕਿਸੇ ਮਸ਼ੀਨ ਦਾ ਉਦਘਾਟਨ ਕਰਨਾ ਹੈ ਜਾਂ ਕਿਸੇ ਕਮਰੇ ਦਾ ਉਦਘਾਟਨਾਂ ਤੋਂ ਬਿਨਾਂ ਕੰਮ ਨਹੀਂ ਚੱਲਦਾ। ਵੈਸੇ ਤੁਸੀਂ ਅੰਦਰ ਬੜੇ ਬੈਠੇ ਹੋ, ਬਾਕੀ ਚੀਜ਼ਾਂ ਨੇ ਅੰਦਰ ਨੇ, ਤੁਸੀਂ ਕਿਉਂ ਨਹੀਂ ਉਦਘਾਟਨ ਤੋਂ ਲੈਣਾ? ਕੀ ਹੈ ਉਦਘਾਟਨ ਸਿਸਟਮ ਇਹ ਆਇਆ ਕਿਉਂ ਹੈ? ਜਮਹੂਰੀਅਤ ਦੇ ਵਿੱਚ ਤੁਸੀਂ ਬੰਦੇ ਚੁਣੇ ਹੋਏ ਹੋ, ਤੁਸੀਂ ਬੌਸ, ਤੁਸੀਂ ਬਾਦਸ਼ਾਹ ਨਹੀਂ ਹੋ, ਲੋਕਾਂ ਦੇ ਸੇਵਕ ਹੋ। ਤੇ ਉੱਥੇ ਜਿਹੜਾ ਡਾਕਟਰ ਹੈ, ਜਿਹੜੇ ਹਸਪਤਾਲ ਦਾ SMO ਹੈ ਜਾਂ ਜਿਹੜਾ ਡਾਕਟਰ ਦਾ ਕੰਮ ਕਰਦਾ ਹੈ, ਉਦਘਾਟਨ ਨੂੰ ਉਡੀਕਦੇ ਹੀ ਬਾਹਰ ਮਰੀਜ਼ ਵਰਦੇ ਨੇ ਉਹਨਾਂ ਚਿਰ, ਜਦ ਤੱਕ ਬੰਦਾ ਨਹੀਂ ਪਹੁੰਚਦਾ ਕਿ ਉਦਘਾਟਨ ਪਹਿਲਾਂ ਕਰੋ। ਔਰ ਇਸੇ ਤਰੀਕੇ ਦੇ ਨਾਲ ਜਿਹੜੇ ਅੱਜ ਸਾਰੇ ਕਿਤੇ ਹੀ ਸਾਡਾ ਸਿਸਟਮ ਗੈਰ ਸੰਵੇਦਨਸ਼ੀਲ ਹੋ ਗਿਆ। ਔਰ ਬੜੀ ਵਾਰ ਕੈਂਸਰ ਵਾਲੇ ਚੈੱਕ ਸਟੇਜਾਂ ਤੋਂ ਦੇਣ ਲੱਗ ਗਏ ਸੀ, ਲੀਡਰ ਕੋਲ ਟਾਈਮ ਨਹੀਂ ਸੀ ਹੁੰਦਾ, ਹਫਤਾ 10 ਦਿਨ ਲੰਘਾ ਦਿੰਦਾ ਸੀ, 10 ਦਿਨ 'ਚ ਕਈ ਮਰੀਜ਼ ਮਰ ਜਾਂਦੇ ਸੀ, ਨਹੀਂ ਤਾਂ ਉਸ ਪੈਸੇ ਨਾਲ ਉਹਨਾਂ ਦਾ ਇਲਾਜ ਹੋ ਸਕਦਾ ਸੀ। ਤੁਸੀਂ ਮਸ਼ੀਨ ਦਾ ਉਦਘਾਟਨ ਕਰਦੇ ਹੋ, ਕਮਰੇ ਦਾ ਉਦਘਾਟਨ ਕਰਦੇ ਹੋ, ਇਦੋਂ ਪਾਗਲਪਣ ਦਾ ਹੱਦ ਕੀ ਹੁੰਦੀ ਹੈ ਇਹੋ ਜਿਹੇ ਮਾਹੌਲ ਦੇ ਵਿੱਚ? ਤੇ ਉਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਤੁਸੀਂ ਕਹੋ ਕਿ ਜਿਹੜੇ ਬੰਦੇ ਕੰਪੀਟੈਂਟ ਨੇ, ਡਾਕਟਰ ਨੇ, ਸਾਇੰਟਿਸਟ ਨੇ, ਉੱਥੇ ਆਪਣਾ ਪ੍ਰਬੰਧ ਕਰਕੇ ਆਪਣਾ ਚਲਾਓ, ਸਾਡਾ ਸਗੋਂ ਦਖਲ ਨਾ ਹੋਵੇ। ਜੇ ਤੂੰ 2 ਘੰਟੇ ਲਈ ਵੀ ਜਾ ਰਿਹਾ, 2 ਘੰਟੇ ਵੀ ਉਹ ਕੰਮ ਬੰਦ ਕੀਤਾ ਨਾ, 2 ਘੰਟੇ 'ਚ ਵੀ ਸਾਰਾ ਸ਼ਾਸਨ ਪ੍ਰਸ਼ਾਸਨ ਤੇਰੇ ਤੇ ਲੱਗ ਜੂਗਾ ਜਿਹੜਾ VIP ਜਾਂਦਾ। ਤੇ VIP ਕਲਚਰ ਖਤਮ ਤਾਂ ਹੋਊਗਾ ਜੇ ਉੱਥੇ ਜਾਣਾ ਬੰਦ ਹੋਊਗਾ, ਉਦਘਾਟਨ ਸਿਸਟਮ ਇਸ ਲੈਵਲ ਦੇ ਬੰਦ ਕਰਨੇ ਪੈਣਗੇ। ਇਹ ਵੀ ਤੁਹਾਡੀ ਲਿਆਕਤ ਨੂੰ ਤੇ ਤੁਹਾਡੀ ਸੰਵੇਦਨਸ਼ੀਲਤਾ ਨੂੰ ਪ੍ਰਭਾਵਿਤ ਕਰਨ ਵਾਲੀ ਚੀਜ਼ ਹੈ ਕਿ ਤੁਸੀਂ ਕਿੰਨੇ ਕੁ ਸੰਵੇਦਨਸ਼ੀਲ ਹੋ ਜਾਂ ਸੰਵੇਦਨਹੀਣ ਹੋ, ਜਾਂ ਤੁਹਾਡੇ 'ਚ ਕਿੰਨੀ ਕੁ ਲਿਆਕਤ ਹੈ। ਇਹੋ ਜਿਹੇ ਸੰਕਟ ਦੇ ਸਮੇਂ ਵੀ ਮੈਨੂੰ ਲੱਗਦਾ ਕਿ ਇਹ ਕਾਰਵਾਈਆਂ ਜਿਹੜੀਆਂ ਨੇ ਇਹ ਹੰਕਾਰ 'ਚੋਂ, ਅਜੇ ਵੀ ਆਪਣੀ ਅੰਧ ਸਿਆਸਤਦਾਨੀ 'ਚੋਂ ਤੇ ਅੰਧ ਭਗਤੀ 'ਚੋਂ ਨਿਕਲਦੀਆਂ ਨੇ, ਤੇ ਲੋਕਾਂ ਦੇ ਵਿੱਚੋਂ ਨਹੀਂ ਨਿਕਲਦੀਆਂ। ਲੋਕ ਮੁਖੀ ਜਿਹੜੇ ਪ੍ਰਸ਼ਾਸਨ ਹੁੰਦਾ ਹੈ, ਲੋਕ ਮੁਖੀ ਸਿਸਟਮ ਹੁੰਦਾ ਹੈ, ਉਹ ਲੋਕਾਂ ਨੂੰ ਉਸ ਪੱਧਰ ਦੇ ਉੱਤੇ ਹੱਕ ਦਿੰਦਾ ਕਿ ਤੁਸੀਂ ਆਪਣੇ ਤਰੀਕੇ ਨਾਲ ਇਹਨੂੰ ਲਾਗੂ ਕਰੋ। ਮੇਰੇ ਤੋਂ ਜਦੋਂ ਜ਼ਰੂਰਤ ਪਏਗੀ ਮੈਨੂੰ ਦੱਸੋ, ਮੈਂ ਉਹਦੇ 'ਚ ਸਹਾਇਕ ਦੇ ਤੌਰ 'ਤੇ ਸ਼ਾਮਲ ਹਾਂ। ਤੁਸੀਂ ਬੌਸ ਦੇ ਤੌਰ 'ਤੇ ਸ਼ਾਮਲ ਹੁੰਦੇ ਹੋ, ਸਹਾਇਕ ਦੇ ਤੌਰ 'ਤੇ ਸ਼ਾਮਲ ਨਹੀਂ ਹੁੰਦੇ। ਇਹ ਨੀਤੀ ਨੂੰ ਵੀ ਬਦਲਣ ਵਾਲਾ ਹੈ, ਔਰ ਕਿਸਾਨੀ ਦੇ ਬਾਰੇ ਖਾਸ ਤੌਰ 'ਤੇ ਇਸ ਨੀਤੀ ਨੂੰ ਤਬਦੀਲ ਕਰਨ ਵਾਲਾ ਹੈ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।